ਸਤਿ ਸ਼੍ਰੀ ਅਕਾਲ ਬੱਚਿਓ। BA BSc ਸਮੈਸਟਰ ਦੂਸਰਾ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਅਸੀਂ ਪੜ੍ਹ ਰਹੇ ਹਾਂ ਕਥਾ ਕਹਾਣੀ ਸੰਗ੍ਰਹਿ ਵਿੱਚੋਂ 10ਵੀਂ ਕਹਾਣੀ ਗੁੰਮਸ਼ੁਦਾ, ਜੋ ਕਿ ਕਿਰਪਾਲ ਕਜ਼ਾਕ ਦੁਆਰਾ ਲਿਖੀ ਗਈ ਹੈ। ਪਹਿਲਾ ਭਾਗ ਅਸੀਂ ਪੜ੍ਹ ਚੁੱਕੇ ਹਾਂ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾ ਭਾਗ ਨਹੀਂ ਪੜ੍ਹਿਆ ਉਹ ਡਿਸਕ੍ਰਿਪਸ਼ਨ ਬਾਕਸ ਜ਼ਰੂਰ ਚੈੱਕ ਕਰਨ। ਹਰ ਕਹਾਣੀ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਕਹਾਣੀ ਨਾਲ ਸੰਬੰਧਿਤ ਸਾਰੇ ਭਾਗ ਪਾਏ ਹੋਏ ਆ, ਪਲੇਲਿਸਟ ਵੀ ਪਾਈ ਹੋਈ ਹੈ, ਸੋ ਜ਼ਰੂਰ ਤੁਸੀਂ ਡਿਸਕ੍ਰਿਪਸ਼ਨ ਬਾਕਸ ਚੈੱਕ ਕਰਿਆ ਕਰੋ। ਪ੍ਰਸ਼ਨ ਉੱਤਰ ਵੀ ਤੁਹਾਨੂੰ ਉੱਥੇ ਮਿਲ ਜਾਣਗੇ। ਕਹਾਣੀ ਦੇ ਪਹਿਲੇ ਭਾਗ ਵਿੱਚ ਅਸੀਂ ਜਾਣਿਆ ਕਿ ਨੰਨਾ ਨਾਥ ਬੇਚੈਨ ਹੈ ਤੇ ਇਸ ਬੇਚੈਨੀ ਦੇ ਵਿੱਚ ਬਾਰ-ਬਾਰ ਉਹ ਮਰਿਆਦਾ ਭੰਗ ਕਰ ਰਿਹਾ, ਮਰਿਆਦਾ ਤੋਂ ਉਲਟ ਕੰਮ ਕਰ ਰਿਹਾ। ਇਸੇ ਤਰ੍ਹਾਂ ਅਸੀਂ ਇਹ ਵੀ ਜਾਣਿਆ ਕਿ ਨੈਣੂ ਨੰਨਾ ਨਾਥ ਕਿਸ ਤਰ੍ਹਾਂ ਬਣਿਆ, ਕਿਸ ਤਰ੍ਹਾਂ ਉਹ ਆਪਣੇ ਪਿੰਡ ਤੋਂ ਦੁਖੀ ਹੋ ਕੇ ਸਾਧਾਂ ਦੇ ਟੋਲੇ ਦੇ ਨਾਲ ਰਲ ਜਾਂਦਾ ਹੈ ਤੇ ਹਰੀਦੁਆਰ ਪਹੁੰਚ ਜਾਂਦਾ ਹੈ ਤੇ ਉੱਥੇ ਸਾਧਾਂ ਦੇ ਸਭ ਤੋਂ ਵੱਡੇ ਸਾਧ ਦਿਗੰਬਰ ਨਾਥ ਦੇ ਅਧੀਨ ਉਹ ਸਾਧ ਬਣਦਾ ਹੈ। ਪੜ੍ਹਦੇ ਹਾਂ ਅੱਗੇ ਤੇ ਜਾਣਦੇ ਹਾਂ ਕਿ ਨੰਨਾ ਨਾਥ ਦੀ ਜ਼ਿੰਦਗੀ ਦੇ ਵਿੱਚ ਅੱਗੇ ਕੀ ਹੁੰਦਾ ਹੈ। ਜਿਸ ਦਿਨ ਉਹ ਨੈਣੂ ਤੋਂ ਨੰਨਾ ਨਾਥ ਬਣਿਆ, ਸੂਏ ਨਾਲ ਕੰਨ ਵਿੰਦਿਆਂ ਵੱਡੇ ਸਾਧ ਨੇ ਸ਼ਰਤ ਰੱਖੀ, ਪੀੜ ਸੇ ਉੱਪਰ ਉਠਾ ਨਾ। ਹੁਣ ਇਹ ਸ਼ਰਤ 40 ਦਿਨਾਂ ਲਈ ਨੰਨਾ ਨਾਥ ਨੇ ਮੰਨਣੀ ਹੈ। ਕੀ ਸ਼ਰਤ ਹੈ? ਚਾਲੀਹਾ ਮਿਲਿਆ ਤਾਂ 4 ਪਹਿਰ ਸੀਤ ਜਲ ਵਿੱਚ ਨਗਨ ਖੜਨਾ, 4 ਪਹਿਰ ਗੁਪਤਾਂਗ ਹਿੱਸਾ ਧੂਣੀ ਦੀ ਕੋਸੀ ਭੁੱਬੜ ਵਿੱਚ ਦੱਬਣਾ ਤੇ ਇਸ ਚਾਲੀਹੇ ਦੌਰਾਨ ਹੀ ਗੈਰ ਜ਼ਮੀਨ ਜੱਟ ਦਾ ਨੈਣੂ ਪੁੱਤ ਮਰਦਾ ਮਰ ਗਿਆ ਸੀ ਅਤੇ ਨੰਨਾ ਨਾਥ ਪੈਦਾ ਹੋ ਗਿਆ ਸੀ। ਸੋ ਇਸ ਤਰ੍ਹਾਂ 40 ਦਿਨਾਂ ਦਾ ਜਿਹੜਾ ਵਰਤ ਜਾਂ ਜੋ ਵੀ ਨਿਯਮ ਉਹਨਾਂ ਨੂੰ ਪਾਲਣਾ ਕਰਨੀ ਪੈਂਦੀ ਹੈ, ਇਹਨਾਂ ਦਿਨਾਂ ਦੇ ਵਿੱਚ ਨੈਣੂ ਜਿਹੜਾ ਉਹ ਮਰ ਚੁੱਕਿਆ ਸੀਗਾ ਤੇ ਨੰਨਾ ਨਾਥ ਪੈਦਾ ਹੋ ਜਾਂਦਾ ਹੈ। ਜਿੰਦੇ ਨੰਨਾ ਨਾਥ ਨੂੰ ਮੁੰਦਰੇ ਬਖਸ਼ਿਸ਼ ਹੋਏ, ਵੱਡੇ ਸਾਧ ਨੇ 5 ਵਚਨ ਲਏ। ਹੁਣ ਇਹ 5 ਵਚਨ ਕਿਹੜੇ ਆ ਦੇਖੋ। ਉਹਨਾਂ ਨੇ ਧੂਣੀ ਵੱਲ ਇਸ਼ਾਰਾ ਕੀਤਾ, ਕਾਮ ਕ੍ਰੋਧ ਕੀ ਅਗਨੀ ਕੋ ਵਸ ਮੇਂ ਕਰਨਾ, ਕੇਵਲ ਅੰਤਰ ਆਤਮਾ ਕੋ ਸੁਣਨਾ, ਇੱਛਾ ਮਾंस ਮदिरा ਸਭ ਵਰਜਿਤ। ਫਿਰ ਜਿਵੇਂ ਗੁੱਸੇ ਨਾਲ ਬੋਲੇ, ਗ੍ਰਹਿ ਔਰ ਗ੍ਰਹਿਸਤ ਸਭ ਵਿਸ਼ਟਾ, ਮਤਲਬ ਗ੍ਰਹਿਸਤ ਜੀਵਨ ਦੇ ਵਿੱਚ ਸਾਧੂ ਨੂੰ ਆਣਾ ਵਰਜਿਤ ਹੈ। ਫਿਰ ਦਿਗੰਬਰ ਨਾਥ ਅੱਗੇ ਬੋਲਦਾ ਹੈ, ਔਰ ਆਖਰੀ ਬਚਨ ਸੁਣੋ, 9 ਇੰਦਰੀ ਕਾ ਭੋਗ ਨਰਕ ਕਾ ਭੋਗ 10ਵਾਂ ਦਵਾਰ ਬ੍ਰਹਮ ਕਾ ਜੋਗ। ਸੋ ਇਸ ਤਰ੍ਹਾਂ ਇੰਦਰੀ ਭੋਗ ਤੋਂ ਦਿਗੰਬਰ ਨਾਥ ਵਰਜਿਤ ਕਰਦਾ ਹੈ। ਸੋ ਉਹਦੇ ਲਈ ਇਹ ਨਰਕ ਦਾ ਭੋਗ ਹੈ ਤੇ ਇੱਕੋ ਇੱਕ ਉਹਦਾ ਕੰਮ ਹੈ ਬ੍ਰਹਮਚਰਿਆ ਦਾ ਪਾਲਣ ਕਰਨਾ। ਫਿਰ ਉਹਨਾਂ ਨੇ ਨੰਨਾ ਨਾਥ ਦੇ ਵਾਲਾਂ ਵਿੱਚ ਗੰਗਾ ਜਲ ਅਤੇ ਧੂਣੀ ਦੀ ਵਿਭੂਤੀ ਭੁੱਕਦਿਆਂ ਅੰਤਿਮ ਵਾਕ ਵਜੋਂ ਕਿਹਾ, ਜਾਓ ਸਿਮਰਨ ਔਰ ਭ੍ਰਮਣ ਕਰੋ, ਆਜ ਸੇ ਤੁਮ ਭਗਤ ਹੋਏ। ਤੇ ਅੱਜ ਜਿਹੜੀ ਭਗਤੀ ਦੀ ਉਪਾਧੀ ਨੂੰ ਉਹ ਅਪੜਿਆ ਸੀ ਉਹ ਉਹਦੀਆਂ ਅੱਖਾਂ ਸਾਹਮਣੇ ਸੀ। ਉਂਝ ਮੱਠ ਛੱਡਣ ਤੋਂ ਪਿੱਛੋਂ ਵੀ ਉਹ ਬੜੀ ਕਸ਼ਮਕਸ਼ ਵਿੱਚੋਂ ਗੁਜ਼ਰਿਆ ਸੀ। ਕਿੱਥੇ ਕਨਖਲ ਅਤੇ ਕਿੱਥੇ ਜੱਦੀ ਪਿੰਡ ਤੋਂ ਕੁਝ ਕੁ ਹਟਵਾਂ ਆ ਤਕੀਆ। ਚੰਨਣ ਨਾਈ ਨੇ ਪਹਿਲੀ ਨਜ਼ਰੇ ਹੀ ਉਹਨੂੰ ਧੂਣੇ ਉੱਤੇ ਬੈਠੇ ਨੂੰ ਪਛਾਣ ਲਿਆ ਸੀ। ਇੱਥੋਂ ਤੀਕ ਕਿ ਅਗਲੇ ਦਿਨ ਹੀ ਜਵਾਕ ਚੱਕੀ ਗੁਲਜ਼ਾਰੋ ਉਹਦੇ ਸਿਰ ਉੱਤੇ ਆ ਧਮਕੀ ਸੀ। ਗੁਲਜ਼ਾਰੋ ਕੌਣ ਹੈ? ਨੰਨਾ ਨਾਥ, ਮਤਲਬ ਨੈਣੂ ਦੀ ਪਤਨੀ। ਤਕੀਆ ਕਿਸੇ ਪੀਰ ਦਾ ਸੀ, ਪਰ ਨੰਨਾ ਨਾਥ ਨੇ ਹਿੰਦੂ ਹੋਣ ਕਾਰਨ ਕੁਝ ਦੂਰ ਹਟਵੀਂ ਮੰਦਰ ਦੀ ਚੁਖੰਡੀ ਉਸਾਰ ਕੇ ਧੂਣਾ ਗੜ ਦਿੱਤਾ ਸੀ, ਜਿਸ ਕਾਰਨ ਮੰਦਰ ਅਤੇ ਤਕੀਏ ਦਾ ਰਲਮਾ ਰੂਪ ਡੇਰਾ ਹੋ ਨਿਬੜਿਆ ਸੀ। ਪਤੀ ਨੂੰ ਇਸ ਹਾਲ ਦੇਖਦਿਆਂ ਗੁਲਜ਼ਾਰੋ ਦੀ ਖਾਨੇ ਹੋ ਗਈ ਸੀ। ਸਿਰ ਉੱਤੇ ਜਟਾਵਾਂ, ਰੰਗ ਧੁਆਂਖਿਆ ਹੋਇਆ, ਹੱਥੀਂ ਚਲਮ, ਤੇੜ ਲੰਗੋਟ, ਨੰਗਾ ਪਿੰਡਾ, ਉਲਝੀ ਦਾੜੀ ਅਤੇ ਮੂੰਹ ਵਿੱਚ ਹਰੀਓਮ ਹਰੀਓਮ। ਗੁਲਜ਼ਾਰੋ ਦਾ ਅੰਦਰ ਬਾਹਰ ਬੁੱਝ ਗਿਆ ਸੀ। ਉਹਦਾ ਨੈਣੂ ਕਿੱਥੇ ਸੀ? ਆਪਣੇ ਮਾੜੇ ਸੰਜੋਗਾਂ ਉੱਤੇ ਉਹਨੂੰ ਬੁੱਕ ਰੋਣ ਆਇਆ। ਜੱਗ ਦੇ ਲੱਖ ਕਹਿਣ ਉੱਤੇ ਵੀ ਨੈਣੂ ਦੇ ਮਰ ਜਾਣ ਬਾਰੇ ਉਹਦਾ ਅੰਦਰਲਾ ਨਹੀਂ ਸੀ ਮੰਨਿਆ। ਨੈਣੂ ਦੇ ਕੰਡ ਘਰ ਜਾਣ ਤੋਂ ਤੀਜੇ ਮਹੀਨੇ ਮਗਰੋਂ ਹੀ ਉਸਨੇ ਗੋਬਲਾ ਜਿਹਾ ਪੁੱਤ ਜੰਮਿਆ ਸੀ, ਜਿਸ ਨੂੰ ਨੈਣੂ ਦੇ ਜਿਉਂਦੇ ਹੋਣ ਸੰਬੰਧੀ ਲੰਮੀਆਂ ਲੋਰੀਆਂ ਦਿੱਤੀਆਂ ਗਈਆਂ ਸਨ। ਇੱਕ ਪਲ ਨੰਨਾ ਨਾਥ ਦੇ ਰੂਪ ਵਿੱਚ ਨੈਣੂ ਹੋਣ ਦਾ ਗੁਲਜ਼ਾਰੋ ਨੂੰ ਯਕੀਨ ਹੀ ਨਾ ਆਇਆ, ਪਰ ਰਹਿ ਕੇ ਉਹਦੇ ਅੰਦਰੋਂ ਭਾਖਿਆ ਉੱਠਦੀ, ਜਾਰੋ ਬੰਦੀਏ, ਇਹੀ ਹੈ ਤੇਰਾ ਚੋਰ। ਜੇਰਾ ਕਰਕੇ ਉਹ ਨੰਨਾ ਨਾਥ ਦੇ ਐਨ ਮੂਹਰੇ ਆ ਖੜੀ, ਤੂੰ ਤਾਂ ਬਣਿਆ ਫਿਰਦਾ ਰਮਤਾ, ਦੱਸ ਮੈਂ ਕਿਹੜੇ ਖੂਹ ਜਾੜੇਗਾ। ਸੋ ਇਸ ਤਰ੍ਹਾਂ ਜਦੋਂ ਉਹ ਆਪਣੇ ਪਿੰਡ ਦੇ ਲਾਗੇ ਆ ਕੇ ਮੰਦਰ ਦੀ ਚੁਖੰਡੀ ਉਸਾਰ ਕੇ ਉੱਥੇ ਬੈਠਦਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਪਿੰਡ ਦਾ ਚੰਨਣ ਨਾਈ ਉਹਨੂੰ ਪਛਾਣ ਲੈਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਉਹਦੀ ਪਤਨੀ ਗੁਲਜ਼ਾਰੋ ਆ ਜਾਂਦੀ ਹੈ ਉਹ ਵੀ ਉਹਨੂੰ ਪਹਿਚਾਣ ਲੈਂਦੀ ਹੈ। ਸੋ ਇੱਕਦਮ ਉਹ ਉਹਦੇ ਅੱਗੇ ਆ ਕੇ ਖੜੀ ਹੋ ਜਾਂਦੀ ਹੈ ਤੇ ਉਹਨੂੰ ਪੁੱਛਦੀ ਹੈ ਕਿ ਉਹ ਕਿੱਧਰ ਨੂੰ ਜਾਵੇ। ਨੰਨਾ ਨਾਥ ਕੰਬਿਆ, ਜਟਾਵਾਂ ਬੋਝਲ ਜਾਪੀਆਂ, ਵਿਭੂਤੀ ਮਿਰਚਾਂ ਵਾਂਗ ਲੜੀ, ਪਰ ਉਹ ਸੰਭਲ ਗਿਆ। ਉਸ ਨਜ਼ਰ ਭਰ ਕੇ ਗੁਲਜ਼ਾਰੋ ਦੇਖੀ, ਗੁੰਦਵਾਂ ਸਰੀਰ, ਚੜ੍ਹਦੀ ਉਮਰ, ਜਣੇਪੇ ਮਗਰੋਂ ਉਹ ਹੋਰ ਭਰ ਗਈ ਸੀ। ਨੰਨਾ ਨਾਥ ਨੇ ਸੋਚਿਆ, ਇਹ ਹੀ ਤੀਵੀਂ ਨੂੰ ਪਿੱਠ ਦੇ ਕੇ ਉਸ ਗਊ ਹੱਤਿਆ ਵਰਗਾ ਪਾਪ ਕੀਤਾ ਸੀ। ਉਹ ਮੋਹ ਨਾਲ ਭਰ ਗਿਆ, ਦੇ ਭੱਠ ਵਾਂਗ ਤਪਣ ਲੱਗੀ, ਮੱਥੇ ਵਿੱਚ ਕੁਝ ਟਸ ਟਸ ਵੱਜਣ ਲੱਗਿਆ। ਦੋਸ਼ੀਆਂ ਵਾਂਗ ਉਹ ਤਕੀਏ ਦੇ ਓਹਲੇ ਜਾ ਬੈਠਾ।
ਰੱਬ ਦੇ ਵਾਸਤੇ ਚਲੀ ਜਾ। ਉਹ ਹੱਥ ਜੋੜੇ। ਗੁਲਜ਼ਾਰੋ ਬੁੱਸ-ਬੁੱਸ ਰੋਣ ਲੱਗੀ। ਵਰ੍ਹਿਆਂ ਤੋਂ ਉਸਨੇ ਤੀਵੀਂ ਦੀ ਇੰਨੀ ਨੇੜਤਾ ਨਹੀਂ ਸੀ ਮਾਣੀ। ਆਵੇਸ਼ ਵਿੱਚ ਉਸਨੇ ਗੁਲਜ਼ਾਰੋ ਬੁੱਕਲ ਵਿੱਚ ਲੈ ਲਈ। ਸੋ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਨੱਨਾ ਨਾਥ ਦੀ ਜ਼ਿੰਦਗੀ ਵਿੱਚ ਬੇਮਰਿਆਦਗੀ ਦਾ ਸਿਲਸਿਲਾ, ਅਤੇ ਉਸਦੀ ਜ਼ਿੰਦਗੀ ਵਿੱਚ ਇਸ ਤੋਂ ਬਾਅਦ ਲਗਾਤਾਰ ਬੇਮਰਿਆਦਗੀ ਅਤੇ ਬੇਚੈਨੀ ਵੱਧਦੀ ਜਾਂਦੀ ਹੈ। ਕੀ ਹੁੰਦਾ? ਹਰੀਓਮ ਹਰੀਓਮ। ਉਸ ਸਿਮਰਨ ਕਰਨਾ ਚਾਹਿਆ, ਪਰ ਉਹਦੇ ਸਿਮਰਨ ਦਾ ਕੱਲਾ ਕੱਲਾ ਸਵਾਸ ਜਿਵੇਂ ਗੁਲਜ਼ਾਰੋ ਦੇ ਕੋਸੇ ਸਾਹ ਹੀ ਨਿਕਲ ਰਹੇ ਹੋਣ, ਸਾਹ ਜਿਨ੍ਹਾਂ ਨੂੰ ਉਹ ਬਹੁਤ ਨੇੜੇ ਮਹਿਸੂਸ ਕਰ ਰਿਹਾ ਸੀ। ਹੋਰ ਨਹੀਂ ਤਾਂ ਜਵਾਕਨੀਓ ਦੇਖ, ਗੁਲਜ਼ਾਰੋ ਹਟਕੋਰੇ ਭਰਦਿਆਂ ਬੋਲੀ, ਪਰ ਨੱਨਾ ਨਾਥ ਨੂੰ ਕੁਝ ਵੀ ਨਾ ਦਿਸਿਆ। ਜਦ ਨੂੰ ਉਸਦੀ ਹੋਸ਼ ਪਰਤੀ, ਉਹ ਗੁਲਜ਼ਾਰੋ ਦੀ ਝੋਲੀ ਵਿੱਚ ਪਿਆ ਸੀ, ਜਿਵੇਂ ਉਸਦਾ ਸੁੱਚਾ ਜੋਗ ਹੀ ਵਿਸ਼ਟੇ ਵਿੱਚ ਡਿੱਗ ਪਿਆ ਹੋਵੇ। ਜਵਾਕ ਰੋ ਰੋ ਫਾਵਾ ਹੋ ਗਿਆ ਸੀ, ਜਿਵੇਂ ਦਿਗੰਬਰ ਨਾਥ ਹੀ ਵਿਲਕ ਰਿਹਾ ਹੋਵੇ। ਗੁਲਜ਼ਾਰੋ ਸੋਚ ਰਹੀ ਸੀ, ਕੁਝ ਚਿਰ ਪਹਿਲਾਂ ਨੱਨਾ ਨਾਥ ਨੂੰ ਦੇਖਦਿਆਂ ਜਿਸ ਗਿਲਾਜ਼ਤ ਦਾ ਅਹਿਸਾਸ ਉਹਨੂੰ ਹੋਇਆ ਸੀ, ਨੱਨਾ ਨਾਥ ਦਾ ਪਿੰਡਾ ਚੁੰਮਦਿਆਂ ਕਿਉਂ ਨਹੀਂ ਸੀ ਹੋਇਆ। ਨੱਨਾ ਨਾਥ ਨੇ ਮਹਿਸੂਸਿਆ ਜਟਾਵਾਂ ਉਹਦਾ ਪਿੰਡਾ ਪਛ ਰਹੀਆਂ ਸਨ, ਅਤੇ ਵਿਭੂਤੀ ਇੱਕ ਅਜੀਬ ਚਿਪਚਿਪਾਹਟ ਪੈਦਾ ਕਰਦੀ ਸੀ। ਉਹਨੇ ਨਜ਼ਰ ਭਰ ਕੇ ਗੁਲਜ਼ਾਰੋ ਵੱਲ ਦੇਖਿਆ। ਤਕੀਏ ਦੇ ਜਰਦ ਚਾਨਣ ਵਿੱਚ ਉਹ ਨਗਨ ਪਈ ਸੀ। ਨੱਨਾ ਨਾਥ ਦੇ ਸਿਰ ਵਿੱਚੋਂ ਕੋਈ ਗੁਬਾਰ ਉੱਠਿਆ ਅਤੇ ਅੱਖਾਂ ਅੱਗੇ ਕਾਲਖ ਪਸਰ ਗਈ। ਫਿਰ ਇੱਕਾ ਇੱਕ ਮਹਿਸੂਸ ਹੋਇਆ ਜਿਵੇਂ ਜਿਸ ਨੈਣੂ ਨੂੰ ਉਹ ਕਈ ਚਿਰ ਪਹਿਲਾਂ ਦਿਗੰਬਰ ਨਾਥ ਦੇ ਮੱਠ ਉੱਤੇ ਛੱਡ ਆਇਆ ਸੀ, ਉਹਦੇ ਪਾਸ ਹੀ ਕਿਤੇ ਖੜਾ ਸੀ। ਸੋ ਦਿਗੰਬਰ ਨਾਥ ਨੇ ਤਾਂ ਉਹ ਤੋਂ ਇਹ ਵਚਨ ਲਏ ਸੀਗੇ ਕਿ ਉਹ ਗ੍ਰਹਿਸਥ ਜੀਵਨ ਦੇ ਵੱਲ ਨਹੀਂ ਦੇਖੇਗਾ ਜਾਂ ਫਿਰ ਇੰਦਰੀ ਭੋਗ ਤੋਂ ਦੂਰ ਰਹੇਗਾ, ਪਰ ਉਹ ਤਾਂ ਇਹ ਸਾਰਾ ਕੁਝ ਕਰ ਗੁਜ਼ਰਿਆ। ਸੋ ਇਸ ਤਰ੍ਹਾਂ ਬੇਮਰਿਆਦਗੀ ਸ਼ੁਰੂ ਹੁੰਦੀ ਹੈ ਉਹਦੀ ਜ਼ਿੰਦਗੀ ਵਿੱਚ। ਹੁਣ ਅੱਗੇ ਕੀ ਬੋਲਦਾ? ਭੇਤ ਨਾ ਭੰਨੀ ਕਿਸੇ ਕੋਲੇ, ਨਾ ਹੀ ਖਰਚ ਪੱਠੇ ਤੋਂ ਤੰਗੀ ਮੰਨੀ ਤੋਂ, ਬਸ ਜਦ ਜੀ ਕੀਤਾ ਮਾਰ ਗਈ ਗੇੜਾ, ਨੱਨਾ ਨਾਥ ਨੇ ਦੁਲਾਰਦਿਆਂ ਕਿਹਾ ਸੀ। ਤੇ ਗੁਲਜ਼ਾਰੋ ਨੂੰ ਨੱਨਾ ਨਾਥ ਦੀ ਇਹ ਗੱਲ ਸੁਣ ਕੇ ਗੁੱਸਾ ਆ ਜਾਂਦਾ ਹੈ। ਕੀ ਕਹਿੰਦੀ ਹੈ? ਕੀ ਕਿਹਾ? ਗੁਲਜ਼ਾਰੋ ਲਾਟ ਵਾਂਗ ਭਬਕੀ। ਤੂੰ ਸਮਝਦਾ ਹੈ ਲੁੱਪ ਛਿਪ ਕੇ ਰਨ ਬਣੀ ਰਹੂੰ ਤੇਰੀ? ਬੱਲੇ ਸਾਦਾ। ਫਿਰ ਉਹ ਚੀਕ ਕੇ ਬੋਲੀ ਸੀ, ਆਹ ਨੋਟਾਂ ਦੀ ਹੌਂਸ ਦਿੰਦਾ, ਚੱਕ ਆਪਣੇ ਨੋਟ। ਤੇ ਉਹ ਨੋਟ ਭੁਆ ਕੇ ਮੂੰਹ ਉੱਤੇ ਮਾਰਦੀ ਅਤੇ ਕਾਹਲੀ ਨਾਲ ਲੀੜੇ ਪਾਉਂਦੀ ਦੂਰ ਤੱਕ ਬੱਕੜਵਾ ਕਰਦੀ ਤੁਰੀ ਗਈ ਸੀ। ਉਹ ਦਿਨ ਅਤੇ ਆਹ ਦਿਨ ਨਾ ਕਦੇ ਗੁਲਜ਼ਾਰੋ ਮੁੜ ਕੇ ਪਰਤੀ ਸੀ, ਅਤੇ ਨਾ ਨੱਨਾ ਨਾਥ ਨੇ ਕਿਸੇ ਦੂਜੀ ਤੀਵੀਂ ਦਾ ਪਰਛਾਵਾਂ ਉੱਤੇ ਭੈਣ ਦਿੱਤਾ ਸੀ। ਸੋ ਕਹਾਣੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਨੱਨਾ ਨਾਥ ਦੇ ਵਿਵਹਾਰ ਦੇ ਵਿੱਚ ਜੋ ਬੇਚੈਨੀ ਅਸੀਂ ਮਹਿਸੂਸ ਕਰਦੇ ਹਾਂ, ਉਸ ਬੇਚੈਨੀ ਦਾ ਮੁੱਖ ਕਾਰਨ ਇੱਥੋਂ ਹੀ ਸ਼ੁਰੂ ਹੁੰਦਾ ਹੈ। ਅੱਗੇ ਅਸੀਂ ਪੜ੍ਹਦੇ ਹਾਂ, ਨੱਨਾ ਨਾਥ ਤੋਂ ਤਾਂ ਚੰਦਕੌਰ ਦਾ ਡੇਰੇ ਆ ਟਿਕਣਾ ਵੀ ਜਰਿਆ ਨਹੀਂ ਸੀ ਗਿਆ। ਹੁਣ ਇਹ ਚੰਦਕੌਰ ਪਾਤਰ ਬਾਰੇ ਮੈਂ ਸ਼ੁਰੂ 'ਚ ਹੀ ਦੱਸ ਚੁੱਕੀ ਹਾਂ। ਹੁਣ ਲੇਖਕ ਉੱਧਰ ਆ ਰਿਹਾ, ਚੰਦਕੌਰ ਬਾਰੇ ਸਾਨੂੰ ਦੱਸ ਰਿਹਾ। ਚੰਦਕੌਰ ਜੋ ਬੀਕਿਆਂ ਦੀ ਨੂੰਹ ਅਤੇ ਕੁੰਦੂ ਮਜਬੀ ਦੀ ਧੀ ਸੀ, ਗਰੀਬ ਪਿਓ ਦੀ ਸ਼ੋਧੀ ਧੀ, ਜਿਹੜੀ ਕਿਸਮਤ ਹੱਥੋਂ ਵਧੀ ਉੱਤੇ ਹੀ ਵਿਕ ਗਈ। ਗਰੀਬ ਪਿਓ ਕਿਸੇ ਜੱਟ ਦਾ ਚੁੱਕਿਆ ਚੁਕਾਇਆ ਕਤਲ ਕੇਸ ਵਿੱਚ ਜਾ ਫਸਿਆ। ਮਾਂ ਤਰੀਕਾਂ ਭੁਗਤਦੀ ਮਰ ਗਈ। ਲੈ ਦੇ ਕੇ ਇੱਕ ਵਲੀ ਮਾਮਾ ਬਚਦਾ ਸੀ, ਉਸਨੇ ਚੰਦਕੌਰ ਦੇ ਗਦਰਾਏ ਅੰਗਾਂ ਦਾ ਮੁੱਲ ਵੱਟ ਲਿਆ। ਕੇਵਲ ਮੁੱਲ ਹੀ ਨਾ ਵਟਿਆ, ਇੱਕ ਤਰ੍ਹਾਂ ਬੀਕਿਆਂ ਦੀ ਹਾਬੜੀ ਹਵਸ ਵਿੱਚ ਝੋਕ ਦਿੱਤਾ। ਸੋ ਮਾਮਾ ਚੰਦਕੌਰ ਨੂੰ ਵਿਆਹ ਦਿੰਦਾ ਹੈ ਕਿਸੇ ਬੀਕਿਆਂ ਦੇ ਘਰ ਦੇ ਵਿੱਚ, ਜਿੱਥੇ ਉਹ ਸਾਰੇ ਪਰਿਵਾਰ ਦੀ ਹਵਸ ਦਾ ਸ਼ਿਕਾਰ ਹੁੰਦੀ ਹੈ। ਬੀਕਿਆਂ ਦੇ ਜੱਦੀ ਸਿਆੜ ਨਾ ਹੋਣ ਬਰਾਬਰ ਸਨ, ਇਸ ਲਈ ਕੋਈ ਸਰਦਾ ਪੁੱਜਦਾ ਸਾਕ ਉਹਨਾਂ ਦੇ ਦਰੀਂ ਨਹੀਂ ਚੜ੍ਹਿਆ। ਆਖਰ ਨੂੰ ਮੁੱਲ ਦਾ ਅੱਕ ਚੱਬਣਾ ਪਿਆ ਸੀ। ਅੱਕ ਵੀ ਅਜਿਹਾ ਕਿ ਆਖਣ ਨੂੰ ਚੰਦਕੌਰ ਨੇਜੇ ਗਿੱਟਲ ਦੇ ਨਿਉਂਗੇ ਵਿੱਚ ਆਈ ਸੀ, ਪਰ ਸੀ ਉਹ ਪੰਜਾਂ ਦੀ 45 ਹੀ। ਦਿਨ ਘਰ ਦਾ ਗੋਹਾ ਕੂੜਾ, ਰਾਤ ਹਾਬੜੀ ਭੁੱਖ ਦੀ ਵਹਿਸ਼ਤ। ਪਰ ਆਈ ਨੂੰ ਹਾਲੀ ਮਹੀਨੇ ਹੀ ਲੰਘੇ ਸਨ ਕਿ ਇੱਕ ਰਾਤ ਉਹਦੇ ਦੋਵੇਂ ਜੇਠ ਸੁੱਤੇ ਹੀ ਸੌਂ ਗਏ। ਸਵੇਰੇ ਲੋਕ ਭਾਖਿਆ ਉੱਠੀ। ਹੁਣ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਕਿਹਾ ਕੁਝ ਦੇ ਕੇ ਮਾਰ ਦਿੱਤਾ, ਕਿਸੇ ਨੇ ਕਿਹਾ ਰੱਬੀ ਭਾਣਾ, ਕਿਸੇ ਨੇ ਕਿਹਾ ਭਰਾਵਾਂ ਦੇ ਸ਼ਰੀਕੇ ਰਾਹ ਪੱਧਰਾ ਕਰ ਲਿਆ, ਬਹੁਤਿਆਂ ਨੇ ਕਿਹਾ ਚੰਦਕੌਰ ਦਾ ਘਰ ਹੈ। ਹੁਣ ਬਹੁਤਿਆਂ ਨੂੰ ਸ਼ੱਕ ਹੈ ਕਿ ਚੰਦਕੌਰ ਨੇ ਉਹਨਾਂ ਦੋਨਾਂ ਦਾ ਕਤਲ ਕੀਤਾ। ਰਹਿੰਦੀ ਬਬੂਦੀ ਦੂਰ ਨੇੜੇ ਸ਼ਰੀਕਾਂ ਤੋਂ ਦਿੱਤੀ, ਜਿਨ੍ਹਾਂ ਨੂੰ ਬੀਕਿਆਂ ਦਾ ਘਰ ਵਸਣ ਉੱਤੇ ਸਿਆੜ ਹਿੱਸੇ ਆਉਂਦੇ ਆਉਂਦੇ ਰਹਿ ਗਏ ਸਨ। ਪਰ ਇਸ ਭਾਂਤੋ ਭਾਂਤ ਦੰਤ ਕਥਾ ਵਿੱਚ ਚੰਦਕੌਰ ਉਹਨਾਂ ਦੀ ਜਾੜ ਹੇਠ ਆ ਗਈ ਅਤੇ ਗੱਲ ਚੰਦਕੌਰ ਦੀ ਦਾਨਤ ਲਾਉਣ ਉੱਤੇ ਮੁੱਕੀ। ਸੋ ਇਸ ਤਰ੍ਹਾਂ ਚੰਦਕੌਰ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਅਤੇ ਸਾਰੇ ਰਿਸ਼ਤੇਦਾਰ ਸ਼ਰੀਕੇ ਵਾਲੇ ਆਲੇ ਦੁਆਲੇ ਵਾਲੇ ਉਹਦੇ ਮਗਰ ਪੈ ਜਾਂਦੇ ਆ ਅਤੇ ਉਹਦੀ ਰੱਜ ਕੇ ਬੇਇੱਜ਼ਤੀ ਕੀਤੀ ਜਾਂਦੀ ਹੈ। ਤਦ ਤੋਂ ਕਹਿੰਦੇ ਵਿਚਾਰੀ ਦਾ ਦਿਮਾਗ ਹਿੱਲ ਗਿਆ। ਕੁਝ ਚਿਰ ਪਿੰਡ ਦੀਆਂ ਗਲੀਆਂ ਵਿੱਚ ਰੁਲਦੀ ਫਿਰੀ, ਫਿਰ ਗੁਰਦੁਆਰੇ ਜਾ ਬੈਠੀ, ਓੜਕ ਤਕੀਆ ਮਲ ਲਿਆ। ਹੁਣ ਜਾਂ ਤਕੀਆ ਹੈ ਜਾਂ ਚੰਦਕੌਰ ਹੈ। ਜੀ ਕੀਤਾ ਕਿਸੇ ਨਾਲ ਬੋਲ ਪਈ, ਜੀ ਕੀਤਾ
ਵਿਹਰ ਗਈ ਮਤਲਬ ਆਕੜ ਪਈ। ਜਿੱਧਰ ਜੀ ਕਰਦਾ ਝਾਕੀ ਜਾਂਦੀ ਅਪਲਕ, ਬਿਲਕੁਲ ਕਮਲਿਆਂ ਵਾਂਗ। ਨੰਨਾ ਨਾਥ ਡਰ ਜਾਂਦਾ। ਅੱਧੀ ਰਾਤ ਹਾਲਟੀ ਉੱਤੇ ਨਹਾਉਣ ਖੜ ਜਾਂਦੀ। ਅਲਫ ਮਤਲਬ ਨਗਨ। ਨੰਨਾ ਨਾਥ ਦੀਆਂ ਪਾਤਲੀਆਂ ਸੇਕ ਮਾਰਨ ਲੱਗਦੀਆਂ। ਉਹਨੂੰ ਗੁਲਜ਼ਾਰੋ ਯਾਦ ਆਉਂਦੀ। ਘਰ ਅਤੇ ਪੁੱਤ ਯਾਦ ਆਉਂਦੇ। ਅੰਦਰੋਂ ਹੂਕ ਉੱਠਦੀ। ਰਹਿੰਦੀ ਰਾਤ ਰੀਣ ਕਰਕੇ ਅੱਖਾਂ ਵਿੱਚੋਂ ਟੁੱਟਣ ਲੱਗਦੀ। ਕਦੇ ਲੱਗਦਾ ਉਹ ਕੋਈ ਮਾਰੂ ਸ਼ਰਾਪ ਭੋਗ ਰਿਹਾ ਸੀ, ਕਦੇ ਜਾਪਦਾ ਥੋਥੀ ਮਰਿਆਦਾ ਦੇ ਘੁੱਪ ਹਨੇਰੇ ਵਿੱਚ ਉਹ ਇਵੇਂ ਹੀ ਇੱਕ ਦਿਨ ਗੁਆਚ ਜਾਵੇਗਾ। ਹੇਠ ਉੱਤੇ ਵਾਪਰਦੀਆਂ ਘਟਨਾਵਾਂ ਨੇ ਤਾਂ ਇਹ ਵਿਸ਼ਵਾਸ ਹੋਰ ਪੱਕਾ ਕਰ ਦਿੱਤਾ ਸੀ। ਚਿਰਾਂ ਤੋਂ ਤਕੀਏ ਉੱਤੇ ਲੂਣ ਅਤੇ ਬੌਕਰ ਦਾ ਚੜਾਵਾ ਚੜ੍ਹਦਾ ਸੀ। ਬੌਕਰ ਝਾੜੂ ਨੂੰ ਕਹਿੰਦੇ ਆ। ਨਾਥ ਹੋਣ ਕਾਰਨ ਨੰਨਾ ਨਾਥ ਨੇ ਤਕੀਏ ਨੇੜੇ ਮੰਦਰ ਦੀ ਚੁਖੰਡੀ ਵੀ ਉਸਾਰੀ ਸੀ। ਤਕੀਏ ਅਤੇ ਮੰਦਰ ਦੋਹਾਂ ਦੀ ਧੂਫ ਬੱਤੀ ਕਰਦਾ। ਇਉਂ ਤਕੀਏ ਉੱਤੇ ਕੁੱਕੜ ਮੀਢੇ ਚੜ੍ਹਦੇ ਅਤੇ ਮੰਦਰ ਉੱਤੇ ਦਾਣਾ ਫੱਕਾ। ਨੰਨਾ ਨਾਥ ਲਈ ਤਾਂ ਮਾਸਾਹਾਰੀ ਭੋਜਨ ਵੀ ਵਰਜਿਤ ਸੀ। ਪਰ ਇੱਕ ਰਾਤ ਤਕੀਏ ਦੇ ਬਾਹਰ ਕੋਈ ਸ਼ਰਧਾਲੂ ਘੋੜੀ ਦਾ ਵਛੇਰਾ ਬਣ ਗਿਆ। ਵਛੇਰਾ ਕੀ ਬਣ ਕੇ ਗਿਆ, ਇੱਕ ਤਰ੍ਹਾਂ ਕਾਲ ਬਣ ਗਿਆ। ਵਰ੍ਹਿਆਂ ਤੋਂ ਨੰਨਾ ਨਾਥ ਅਟਕ ਰਿਹਾ ਸੀ। ਗੁਲਜ਼ਾਰੋ ਦੇ ਚਲੇ ਜਾਣ ਨੇ ਉਹਦਾ ਅੰਦਰ ਬਾਹਰ ਇਕੱਲ ਨਾਲ ਭਰ ਦਿੱਤਾ ਸੀ। ਵਾਹ ਲੱਗਦੀ ਉਹ ਕਦੇ ਸੜਕ ਵੱਲ ਨਹੀਂ ਸੀ ਝਾਕਿਆ। ਮੱਥੇ ਵਿੱਚ ਉੱਠਦੀ ਹਰ ਤਰੰਗ ਨੂੰ ਉਹਨੇ ਬੇਕਿਰਕੀ ਨਾਲ ਧੂਣੇ ਵਿੱਚ ਝੋਕ ਦਿੱਤਾ ਸੀ, ਜਿਵੇਂ ਅੰਦਰਲੇ ਨੈਣੂ ਨੂੰ ਹੀ ਸਿਵੇ ਵਿੱਚ ਝੋਕ ਦਿੱਤਾ ਹੋਵੇ। ਇਸ ਲਈ ਨਹੀਂ ਕਿ ਕਿਸੇ ਮੁਕਤੀ ਲਈ ਜੂਝ ਰਿਹਾ ਸੀ, ਸਗੋਂ ਇਸ ਲਈ ਕਿ ਕਿਸੇ ਨਿੱਕੀ ਜਿਹੀ ਤ੍ਰਿਸ਼ਨਾ ਬਦਲੇ ਹੀ ਉਹਦੇ ਮਨ ਅਤੇ ਤਨ ਦਾ ਆਸਣ ਡੋਲਣ ਲੱਗਦਾ ਸੀ। ਪਰ ਵਛੇਰਾ ਨੰਨਾ ਨਾਥ ਨਹੀਂ ਸੀ ਕਿ ਉਹਨੂੰ ਉਹ ਜਿਵੇਂ ਜੀ ਚਾਹੁੰਦਾ ਹਟਕ ਲੈਂਦਾ। ਜਿਉਂ ਹੀ ਕੋਈ ਘੋੜੀ ਤਾਂਗਾ ਸੜਕ ਤੋਂ ਲੰਘਣ ਲੱਗਦਾ, ਵਛੇਰਾ ਕੰਨ ਚੁੱਕ ਲੈਂਦਾ, ਹਵਾ ਸੁੰਘਣ ਲੱਗਦਾ, ਪੌੜ ਪਟਕਦਾ, ਪੈਖੜ ਖਿੱਚਦਾ ਅਤੇ ਉਹਦੇ ਪਿੰਡੇ ਦੀਆਂ ਕਾਮ ਉਕਸਾਊ ਕੰਬਣੀਆਂ ਜਿਵੇਂ ਸਹਿਵਾਸੀ ਥਿਰਕਣ ਨਾਲ ਤੜਪ ਉੱਠਦੀਆਂ। ਸੋ ਇਸੇ ਕਰਕੇ ਜੋ ਅਸੀਂ ਸ਼ੁਰੂ ਦੇ ਵਿੱਚ ਪੜ੍ਹਿਆ ਕਿ ਉਹ ਵਛੇਰੇ ਨੂੰ ਵੀ ਕੁੱਟਦਾ ਹੈ, ਉਹਦੇ ਕੁੱਟਣ ਦੇ ਪਿੱਛੇ ਇਹ ਕਾਰਨ ਹੈ ਕਿ ਉਹ ਘੋੜੀ ਨੂੰ ਦੇਖ ਕੇ ਇਸ ਤਰ੍ਹਾਂ ਕਿਉਂ ਤਾਂਗ ਰਿਹਾ, ਕਿਉਂਕਿ ਉਹਦੇ ਇਸ ਤਰ੍ਹਾਂ ਤਾਂਗਣ ਦੇ ਨਾਲ ਉਹਦੇ ਆਪਣੇ ਆਪ ਦੇ ਵਿੱਚ ਕਾਮੁਕਤਾ ਪੈਦਾ ਹੁੰਦੀ ਹੈ। ਇਸੇ ਕਾਰਨ ਉਹ ਵਛੇਰੇ ਨੂੰ ਕੁੱਟਦਾ ਹੈ। ਅੱਗੇ ਕੀ ਲਿਖਦਾ ਲੇਖਕ, ਅਜਿਹੇ ਕਿਸੇ ਸਮੇਂ ਪੌੜ ਨੰਨਾ ਨਾਥ ਦੀ ਹਿੱਕ ਉੱਤੇ ਵੱਜਣ ਲੱਗਦੇ। ਕੰਬਣੀਆਂ ਨੰਨਾ ਨਾਥ ਦੇ ਵਜੂਦ ਵਿੱਚੋਂ ਲੰਘਦੀਆਂ ਮੱਥੇ ਵਿੱਚ ਡੁੱਬਣ ਲੱਗਦੀਆਂ। ਨੰਨਾ ਨਾਥ ਲਈ ਸਭ ਕੁਝ ਅਸਹਿ ਹੋ ਉੱਠਦਾ। ਕਦੇ ਚਿੱਤ ਵਿੱਚ ਆਉਂਦੀ ਚੜਾਵੇ ਦੀਆਂ ਦੂਜੀਆਂ ਵਸਤਾਂ ਵਾਂਗ ਵਛੇਰੇ ਨੂੰ ਵੀ ਕਿਸੇ ਕੋਲ ਵੇਚ ਦੇਵੇ, ਪਰ ਹੀਆਂ ਨਾ ਪੈਂਦਾ। ਨੰਨਾ ਨਾਥ ਲਈ ਕਿਸੇ ਵੀ ਵਸਤੂ ਨਾਲ ਮੋਹ ਵਰਜਿਤ ਸੀ, ਪਰ ਵਛੇਰੇ ਵੱਲ ਵੇਖਦਿਆਂ ਉਹ ਹੋਰ ਦਾ ਹੋਰ ਹੀ ਸੋਚਣ ਲੱਗ ਜਾਂਦਾ। ਸਿਮਰਨ ਉੱਤੇ ਬੈਠਦਾ ਤਾਂ ਕੰਨਾਂ ਵਿੱਚ ਅਨਹਦ ਸ਼ਬਦ ਦੀ ਧੁਨਕਾਰ ਦੀ ਥਾਵੇਂ ਵਛੇਰੇ ਦੀ ਹਿਣਹਿਣਾਹਟ ਗੂੰਜਣ ਲੱਗਦੀ। ਉਹ ਸੋਚਦਾ, ਵਛੇਰੇ ਨੂੰ ਤਾਂ ਛੰਨ ਥੱਲਿਓਂ ਸੜਕ ਵੀ ਨਹੀਂ ਸੀ ਦਿਸਦੀ, ਫਿਰ ਵੀ ਉਹ ਸੜਕ ਤੋਂ ਲੰਘਦੇ ਕਿਸੇ ਘੋੜੀ ਤਾਂਗੇ ਬਾਰੇ ਜਾਣ ਜਾਂਦਾ ਸੀ। ਪਰ ਨੰਨਾ ਨਾਥ ਨੂੰ ਤਾਂ ਕਿੰਨਾ ਕੁਝ ਦਿਸਣ ਉੱਤੇ ਵੀ ਕੁਝ ਨਹੀਂ ਦਿਸਦਾ। ਫਿਰ ਉਹ ਦੁਖੀ ਹੁੰਦਿਆਂ ਸੋਚਦਾ, ਗੁਲਜ਼ਾਰੋ ਨੂੰ ਭੁੱਲਣ ਦੇ ਯਤਨਾਂ ਵਿੱਚ ਉਹ ਕਿੰਨਾ ਕੁਝ ਭੁੱਲਦਾ ਚਲਿਆ ਗਿਆ। ਇਸੇ ਲਈ ਉਹਦੀਆਂ ਉਚਾਟ ਅੱਖਾਂ ਅਕਾਰਥ ਹੀ ਕੁਝ ਭਾਲਦੀਆਂ ਰਹਿੰਦੀਆਂ। ਬਹੁਤੀ ਵੇਰ ਉਹਨੂੰ ਪਤਾ ਹੀ ਨਾ ਲੱਗਦਾ ਇਸ ਅੰਨੀ ਭਟਕਣ ਵਿੱਚ ਉਹਦੀ ਭਾਲ ਕੀ ਸੀ, ਮੁਕਤੀ, ਸ਼ਾਂਤੀ, ਚੰਦਕੁਰ ਜਾਂ ਗੁਲਜ਼ਾਰੋ। ਪਰ ਚੰਦਕੁਰ ਤਾਂ ਅਚਾਨਕ ਇੱਕ ਦਿਨ ਛਿਪਣ ਹੋ ਗਈ ਸੀ। ਕਿਸੇ ਨੇ ਉਹਨੂੰ ਗੁਰਦੁਆਰੇ ਦੇ ਹਾਤੇ ਵਿੱਚ ਘੜੀ ਦੀ ਘੜੀ ਲਈ ਦੇਖਿਆ ਸੀ ਤੇ ਬਸ। ਫਿਰ ਪਤਾ ਹੀ ਨਾ ਲੱਗਿਆ ਕਿੱਧਰ ਗਈ। ਪੈਰੀ ਮਰਿਆਦਾ ਦੇ ਸੰਗਲ ਨਾ ਵੱਜੇ ਹੁੰਦੇ ਤਾਂ ਨੰਨਾ ਨਾਥ ਆਪੂ ਲੱਭਣ ਤੁਰ ਪੈਂਦਾ, ਪਰ ਉਹਦਾ ਮੋਹ ਤਾਂ ਜੱਗ ਦੀ ਕਿਸੇ ਵੀ ਵਸਤੂ ਲਈ ਵਰਜਿਤ ਸੀ। ਚੰਦਕੁਰ ਦੀ ਡੇਰੇ ਵਿੱਚ ਹੋਂਦ ਨੰਨਾ ਨਾਥ ਨੂੰ ਕਦੇ ਵੀ ਨਹੀਂ ਸੀ ਪਾਈ, ਪਰ ਉਹਦੇ ਚਲੇ ਜਾਣ ਨੇ ਡੇਰਾ ਮਾਰੂ ਉਦਾਸੀ ਨਾਲ ਭਰ ਦਿੱਤਾ। ਨੰਨਾ ਨਾਥ ਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਸ਼ਰਧਾਲੂਆਂ ਦੀ ਸ਼ੋਰੀਲੀ ਭੀੜ ਵਿੱਚ ਉਹ ਕਿੰਨਾ ਇਕੱਲਾ ਸੀ। ਤੀਜੇ ਦਿਨ ਚੰਦਕੁਰ ਪਰਤੀ ਤਾਂ ਹਰ ਕੋਈ ਦੰਗ ਰਹਿ ਗਿਆ। ਸਿਰ ਉੱਤੇ ਜੂੜਾ, ਗਲ ਗਾਤਰਾ, ਚਿਹਰੇ ਉੱਤੇ ਲਾਲੀ ਅਤੇ ਮੂੰਹ ਵਿੱਚ ਬੋਲੇ ਸੋਨੇ ਹਾਲ। ਉਹ ਖੰਡੇ ਬਾਟੇ ਦੀ ਪਾਹੁਲ ਲੈ ਕੇ ਮੁੜੀ ਸੀ, ਵੀਣੀਆਂ ਵਿੱਚ ਕੜੇ ਛਣਕੇ। ਅੱਖਾਂ ਵਿੱਚੋਂ ਰੋਹ ਉੱਠਿਆ। ਨੰਨਾ ਨਾਥ ਹੈਰਾਨੀ ਨਾਲ ਝਾਕਿਆ। ਪਿੰਡ ਸਾਹ ਰੋਕ ਕੇ ਸੋਚਣ ਲੱਗਿਆ, ਤੀਜੇ ਦਿਨ ਹਜੂਰਾ ਸਿਉਂ ਬੀਕੇ ਦਾ ਕਤਲ ਹੋ ਗਿਆ। ਕਹਿੰਦੇ ਅੱਧੀ ਰਾਤ ਪਿੰਡ ਵਿੱਚ ਕੋਈ ਹਨੇਰੀ ਝੁੱਲੀ ਅਤੇ ਘਰ ਦੇ ਐਨ ਸਿਖਰਲੇ ਚੁਬਾਰੇ ਉੱਤੇ ਘੂਕ ਸੁੱਤੇ ਹਜੂਰਾ ਸਿਉਂ ਬੀਕੇ ਦੀਆਂ ਆਂਦਰਾਂ ਕਿਸੇ ਨੇ ਰੀਣ ਕਰਕੇ ਕੁਤਰ ਦਿੱਤੀਆਂ। ਸਵੇਰੇ ਪਿੰਡ ਨੇ ਲਾਸ਼ ਐਨ ਉਸੇ ਥਾਂ ਪਈ ਦੇਖੀ ਜਿੱਥੇ ਕਦੇ ਚੰਦਕੁਰ ਨੂੰ ਬੇਇੱਜ਼ਤ ਕੀਤਾ ਗਿਆ ਸੀ। ਸੋ ਹੁਣ ਇਹ ਚੰਦਕੁਰ ਅੰਮ੍ਰਿਤ ਛਕਣ ਤੋਂ ਬਾਅਦ ਜਦੋਂ ਆਉਂਦੀ ਹੈ ਤਾਂ ਬਦਲਾ ਲੈਂਦੀ ਹੈ ਬੀਕਾ ਸਿਉਂ ਤੋਂ, ਜਿਹਨੇ ਉਹਦੀ ਕਦੇ ਬੇਇੱਜ਼ਤੀ ਕੀਤੀ ਸੀਗੀ। ਕੋਈ ਇਸ ਤੋਂ ਵੀ ਵੱਧ ਨਿਰਦਈ ਢੰਗ ਨਾਲ ਬਦਲਾ ਲੈ ਸਕਦਾ ਸੀ।
ਇਹ ਗੱਲ ਤਾਂ ਸਭ ਦੇ ਸਮਝ ਵਿੱਚ ਆਉਂਦੀ ਸੀ, ਪਰ ਚੁਬਾਰਿਓਂ ਲਾਸ਼ ਚੱਕ ਕੇ ਪਿੰਡ ਦੀ ਸੱਥ ਵਿੱਚ ਲਿਆ ਸੁੱਟਣੀ ਚੰਦ ਕੌਰ ਜਿਹੀ ਤੀਵੀਂ ਮਾਨੀ ਦੇ ਵੱਸ ਵਿੱਚ ਨਹੀਂ ਸੀ। ਸੋਚਦਿਆਂ ਲੋਕਾਂ ਸਿਰ ਦੀਆਂ ਠੀਕਰੀਆਂ ਭੰਨ ਲਈਆਂ ਸਨ, ਪਰ ਇੱਕ ਗੱਲ ਸਭ ਨੂੰ ਪੱਕੀ ਹੋ ਗਈ। ਚੰਦ ਕੌਰ ਪਾਗਲ ਨਹੀਂ ਸੀ ਅਤੇ ਉਹ ਤੀਵੀਂ ਦੇ ਰੂਪ ਵਿੱਚ ਕੋਈ ਭਿਆਨਕ ਹੋਣੀ ਸੀ। ਨੱਨਾ ਨਾਥ ਨੇ ਖੁਦ ਦੇਖਿਆ, ਚੰਦ ਕੌਰ ਹੁਣ ਚੰਦ ਕੌਰ ਨਹੀਂ ਸੀ ਰਹੀ। ਪੀਰ ਦੀ ਕਬਰ ਤੋਂ ਚੜਾਵੇ ਦਾ ਪ੍ਰਸ਼ਾਦ ਹੀ ਖਾ ਜਾਂਦੀ। ਉੱਚੀ ਜੈਕਾਰਾ ਛੱਡ ਕਿਸੇ ਤੁਰੇ ਜਾਂਦੇ ਬੰਦੇ ਦੇ ਅਚਨਚੇਤ ਮੂਹਰੇ ਜਾ ਖੜਦੀ, ਖਬਰਦਾਰ, ਚੀਰ ਕੇ ਰੱਖ ਦੋ। ਤੇ ਉਹ ਗਾਤਰੇ ਸਣੇ ਕਿਰਪਾਨ ਸੱਜੀ ਮੁੱਠੀ ਵਿੱਚ ਤਾਣਦੀ, ਐਨ ਨੱਕ ਦੀ ਘੋੜੀ ਅੱਗੇ ਕਰ ਲੈਂਦੀ ਅਤੇ ਚੀਕਦੀ, ਦਿਸਦੀ ਹੈ ਸ਼ਮਜੀਰ। ਕਦੇ ਰਾਹ ਵਿੱਚ ਮਿੱਟੀ ਦੀ ਢੇਰੀ ਇਕੱਠੀ ਕਰਕੇ ਲੰਘਣ ਵਾਲੇ ਦਾ ਤਰਾਹ ਕੱਢ ਦਿੰਦੀ, ਖਬਰਦਾਰ, ਥੱਲੇ ਮਰੀ ਪਈ ਕੰਜਕ ਨਹੀਂ ਦਿੰਦੀ। ਚੰਦ ਕੌਰ ਦੇ ਇਸ ਬਦਲਾਅ ਨੇ ਪਿੰਡ ਵਾਂਗ ਹੀ ਨੱਨਾ ਨਾਥ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਸੀ। ਰਹਿ ਰਹਿ ਕੇ ਉਹਦੇ ਕੰਨਾਂ ਵਿੱਚ ਚੰਦ ਕੌਰ ਦੀ ਗੜਕਵੀਂ ਆਵਾਜ਼ ਗੂੰਜਣ ਲੱਗਦੀ। ਉਹ ਉਖੜ ਕੇ ਸੋਚਦਾ, ਕੀ ਇਹ ਉਹ ਚੰਦ ਕੌਰ ਸੀ ਜਿਹਦੇ ਮੂੰਹ ਵਿੱਚ ਬੋਲ ਹੀ ਨਹੀਂ ਸੀ? ਆਖਰ ਇਹ ਬਦਲਾਅ ਕਿਉਂ ਅਤੇ ਕਿਵੇਂ ਸੀ? ਪਰ ਨੱਨਾ ਨਾਥ ਨੂੰ ਸਮਝ ਨਾ ਲੱਗਦੀ ਤਾਂ ਉਹਦਾ ਮੱਥਾ ਧਨੁਸ਼ ਵਾਂਗ ਤਣ ਜਾਂਦਾ, ਉਹਦੇ ਸਾਹ ਉਖੜਨ ਲੱਗਦੇ ਅਤੇ ਉਹ ਆਪਣੇ ਆਪ ਉੱਤੇ ਪਛਤਾਵੇ ਨਾਲ ਭਰ ਜਾਂਦਾ। ਫਿਰ ਨੱਨਾ ਨਾਥ ਨੇ ਪਿੰਡ ਵਿੱਚੋਂ ਉਡੀਆਂ ਆਵਾਜ਼ਾਂ ਵੀ ਸੁਣੀਆਂ। ਆਖੇ ਚੰਦ ਕੌਰ ਬਰੂਦ ਦੀ ਢੇਰੀ ਉੱਤੇ ਜਾ ਬੈਠੀ। ਕੋਈ ਕਹਿੰਦਾ ਖਤਰਨਾਕ ਬੰਦਿਆਂ ਦੇ ਹੱਥ ਜਾ ਚੜੀ। ਬਹੁਤਿਆਂ ਨੇ ਕਿਹਾ ਖੰਡੇ ਦੀ ਪਾਹੁਲ ਕੋਈ ਖਾਲਾ ਜੀ ਦਾ ਵਾੜਾ, ਚਿੜੀਆਂ ਤੋਂ ਬਾਜ ਟੁੱਟਦੇ ਆ। ਪਰ ਪਤਾ ਨਹੀਂ ਕਿਉਂ ਨੱਨਾ ਨਾਥ ਨੂੰ ਚੰਦ ਕੌਰ ਦੇ ਚਿਹਰੇ ਉੱਤੇ ਇੱਕ ਅਜੀਬ ਕਿਸਮ ਦੀ ਕਠੋਰਤਾ ਪਸਰ ਗਈ ਦਿਸਦੀ। ਅੱਖਾਂ ਵਿੱਚ ਰੋਹ ਖੌਰੂ ਪਾਉਂਦਾ ਦਿਸਦਾ। ਉਹਨੂੰ ਚੰਦ ਕੌਰ ਉੱਤੇ ਰਸ਼ਕ ਆਉਂਦਾ। ਮੱਥਿਓਂ ਇੱਕ ਟੀ ਸੁੱਟਦੀ, ਕਾਸ਼ ਚੰਦ ਕੌਰ ਦੀ ਥਾਵੇਂ ਉਹ ਆਪ ਹੁੰਦਾ ਅਤੇ ਉਹਦੇ ਸਾਹਮਣੇ ਬੂੜਾ ਕਲਾਲ। ਪਰ ਬੂੜੇ ਕਲਾਲ ਨਾਲ ਤਾਂ ਨੈਣੂ ਦਾ ਵੈਰ ਸੀ। ਨੈਣੂ ਜੋ ਖਬਰੇ ਕਦੋਂ ਦਾ ਮਰ ਚੁੱਕਿਆ ਸੀ ਤਾਂ ਗੁਲਜ਼ਾਰੋ ਉਹਦੇ ਜ਼ਹਿਨ ਵਿੱਚ ਕਿਉਂ ਬੈਠੀ ਸੀ? ਕਿਉਂ ਉਹਦੇ ਨਕਸ਼ ਚੰਦ ਕੌਰ ਦੇ ਨਕਸ਼ਾਂ ਵਿੱਚ ਘੁਲਦੇ ਨਿੱਤਰਦੇ ਸਨ? ਪਿਛਲੀ ਰਾਤ ਤਾਂ ਹੱਦ ਹੀ ਹੋ ਗਈ। ਅੱਧੀ ਰਾਤ ਅੱਗੇ ਅੱਧੀ ਪਿੱਛੇ ਕਿਸੇ ਗੈਬੀ ਸ਼ਕਤੀ ਵਾਂਗ ਚੰਦ ਕੌਰ ਪ੍ਰਗਟ ਹੋਈ ਸੀ ਅਤੇ ਧੂਣੇ ਦੇ ਐਨ ਲਾਗੇ ਆ ਕੇ ਬੈਠ ਗਈ ਸੀ, ਸਾਊਆਂ ਵਾਂਗ। ਨੱਨਾ ਨਾਥ ਨੇ ਸ਼ੁਕਰ ਕੀਤਾ ਚੰਦ ਕੌਰ ਖਾਲੀ ਹੱਥੀਂ ਸੀ। ਉਸੇ ਪਲ ਨੱਨਾ ਨਾਥ ਦੇ ਕੰਨਾਂ ਨੂੰ ਅੰਗਿਆਰ ਵਰਗਾ ਕੁਝ ਛੋਇਆ। ਇੱਕ ਤਰਾਟ ਸਿਰ ਵੱਲ ਨੂੰ ਵਧੀ। ਕੂਣੀ ਉੱਤੇ ਕੁਝ ਕਤਰੇ ਲਹੂ ਦੇ ਡਿੱਗੇ। ਨੱਨਾ ਨਾਥ ਨੂੰ ਬਿਨਾਂ ਸ਼ੱਕ ਯਕੀਨ ਹੋਇਆ ਕਿ ਉਹਦੇ ਕੰਨ ਵਿੱਚੋਂ ਮੁਦਰਾ ਧੋਇਆ ਗਿਆ ਸੀ। ਉਹਨੇ ਭੁੱਬ ਮਾਰਨੀ ਚਾਹੀ, ਪਰ ਉਹ ਜੜ ਹੀ ਹੋ ਗਿਆ। ਉਹਦਾ ਦਿਲ ਬੈਠਣ ਲੱਗਿਆ। ਨੱਨਾ ਨਾਥ ਨੇ ਆਪਣੀ ਦੇਹ ਵਿੱਚ ਸੱਤਿਆ ਇਕੱਠੀ ਕਰਨ ਦਾ ਯਤਨ ਕੀਤਾ, ਸਭ ਵਿਅਰਥ। ਉਹਨੇ ਆਪਣੇ ਅੰਦਰ ਕੁਝ ਫੱਕ ਕਰਕੇ ਬੁਝਦਾ ਮਹਿਸੂਸ ਕੀਤਾ ਅਤੇ ਗੱਚ ਭਰ ਲਿਆ। ਦੇਖ ਜੀ, ਤੂੰ ਘਰੇ ਵਗ ਜਾ ਆਪਣੇ, ਬਸ, ਜਿਵੇਂ ਕੋਈ ਬਹੁਤ ਡੂੰਘਿਆ ਬੋਲਿਆ ਹੋਵੇ। ਨੱਨਾ ਨਾਥ ਸੁਣ ਰਹਿ ਗਿਆ। ਵੱਡੋ ਤਾਂ ਜਿਵੇਂ ਲਹੂ ਹੀ ਨਹੀਂ ਸੀ ਤੇ ਇਹ ਚੰਦ ਕੌਰ ਉਹਨੂੰ ਕੀ ਆਖ ਰਹੀ ਸੀ? ਬਿਨਾਂ ਕਿਸੇ ਦੁਬਿਧਾ ਚੰਦ ਕੌਰ ਵਿੱਚੋਂ ਗੁਲਜ਼ਾਰੋ ਦਾ ਝੌਲਾ ਪਿਆ। ਇੱਕ ਪਲ ਨੱਨਾ ਨਾਥ ਡੋਲਿਆ, ਪਰ ਸੰਭਲ ਗਿਆ। ਕੰਨ ਵਿੱਚੋਂ ਧੂਹੇ ਮੁਦਰੇ ਦੀ ਪੀੜ ਚੇਤੇ ਹੀ ਨਾ ਰਹੀ। ਕਾਲੀ ਨਾਲ ਉੱਠਦੀ ਚੰਦ ਕੌਰ ਪਰੇ ਕੇਂਦੂ ਥੱਲੇ ਜਾ ਖੜੀ ਸੀ। ਨੱਨਾ ਨਾਥ ਦੇਖਦਾ ਹੀ ਰਹਿ ਗਿਆ। ਕੇਂਦੂ ਥੱਲਿਓਂ ਅਚਾਨਕ ਹਟਕੋਰਾ ਸੁਣਿਆ। ਹਨੇਰੇ ਦੀਆਂ ਸੰਘਣੀਆਂ ਪਰਤਾਂ ਨੱਨਾ ਨਾਥ ਦੇ ਜਿਹਨ ਵੱਲ ਵਧੀਆਂ। ਇਸ ਇੱਕ ਪਲ ਵਿੱਚ ਚੰਦ ਕੌਰ ਅਤੇ ਗੁਲਜ਼ਾਰੋ ਇਸ ਕਦਰ ਰਲਗੱਡ ਹੋ ਗਈਆਂ ਕਿ ਬਾਹਰ ਦਾ ਸਾਰਾ ਹਨੇਰਾ ਹੀ ਨੱਨਾ ਨਾਥ ਦੇ ਮੱਥੇ ਵਿੱਚ ਸਿਮਟ ਗਿਆ। ਉਸ ਰਾਤ ਨਾ ਉਹ ਸੌਂ ਸਕਿਆ, ਨਾ ਜਾ ਸਕਿਆ। ਸਵੇਰ ਉਸ ਲਈ ਸੁਭਾਵਿਕ ਨਹੀਂ ਸੀ ਚੜ੍ਹੀ। ਨਾ ਉਸਨੇ ਅੰਨ ਮੂੰਹ ਲਾਇਆ, ਨਾ ਭਜਨ ਸਿਮਰਨ ਵਿੱਚ ਮਨ ਟਿਕਿਆ, ਸ਼ਰਧਾਲੂਆਂ ਵੱਲ ਵੀ ਨਾ ਝਾਕਿਆ। ਚੰਦ ਕੌਰ ਦੇ ਇੱਕੋ ਬੋਲ ਨੇ ਉਹਦੇ ਸਾਹਮਣੇ ਚਿਰਾਕੇ ਮਰ ਗਏ ਨੈਣੂ ਨੂੰ ਸਾਮਰਥਕ ਲਿਆ ਖੜਾ ਕੀਤਾ ਸੀ। ਆਪਣੇ ਚੁਫੇਰੇ ਜਿਹੜੀ ਚੁੱਪ ਦੀ ਬੱਜਰ ਕੰਧ ਉਹ ਸਾਰੀ ਬੈਠਾ ਸੀ, ਚੰਦ ਕੌਰ ਦੇ ਇੱਕੋ ਬੋਲ ਨਾਲ ਢਹਿ ਢੇਰੀ ਹੋ ਗਈ ਸੀ ਤੇ ਹੁਣ ਉਹ ਨਿਪੱਤਰੇ ਰੁੱਖ ਦੀ ਰੂਹ ਵਾਂਗ ਸੱਤਹੀਣ ਖੜਾ ਸੀ। ਇਹ ਖਬਰੇ ਗੁਲਜ਼ਾਰੋ ਦਾ ਹੀ ਸਰਾਪ ਸੀ ਜਾਂ ਨੈਣੂ ਦਾ? ਚੰਦ ਕੌਰ ਨੇ ਘਰ ਦੀ ਮਿੱਟੀ ਉਹਦੀਆਂ ਅੱਖਾਂ ਵਿੱਚ ਭੁੱਕ ਕੇ ਜਿਵੇਂ ਜਨਮਾਂ ਦਾ ਬਦਲਾ ਲਿਆ ਸੀ। ਘਰ ਜਿੱਥੇ ਉਹਦਾ ਪਿਓ ਸੀ, ਭੈਣਾਂ ਸਨ, ਗੁਲਜ਼ਾਰੋ ਸੀ ਤੇ ਉਹਦਾ ਪੁੱਤ, ਪਰ ਉਹ ਆਪ ਕਿੱਥੇ ਸੀ? ਫਿਰ ਖਬਰੇ ਕਿਉਂ ਕਈਆਂ ਦਿਨਾਂ ਤੋਂ ਉਹਨੂੰ ਯਕੀਨ ਹੁੰਦਾ ਚਲਿਆ ਗਿਆ ਸੀ ਜਿਵੇਂ ਉਹਦਾ ਆਪਣਾ ਆਪ ਛੰਨ ਥੱਲੇ ਬੱਧੇ ਬਸ਼ੇਰੇ ਵਿੱਚ ਕਿਧਰੇ ਭਟਕ ਰਿਹਾ ਸੀ। ਇਸੇ ਲਈ ਤਾਂ ਕੱਲ੍ਹ ਸ਼ਹਿਰੀ ਕੁੜੀਆਂ ਦੇ ਜੋਬਨ ਹੱਥੋਂ ਉਹਦੇ ਪਿੰਡਿਓਂ ਕੰਬਣੀਆਂ ਉੱਠੀਆਂ ਸਨ, ਜਿਵੇਂ ਵਸ਼ੇਰੇ ਦੇ ਪਿੰਡਿਓਂ ਉੱਠਦੀਆਂ ਸਨ। ਤਦੇ ਹੀ ਤਾਂ ਉਸ ਵਸ਼ੇਰੇ ਨੂੰ ਕੁੱਟ-ਕੁੱਟ ਲਾਸਾਂ ਪਾ ਦਿੱਤੀਆਂ ਤੇ ਫਿਰ ਸਾਰਾ ਦਿਨ ਉਹਦੇ ਆਪਣੇ ਅੰਗ ਵਿੱਚੋਂ ਵਸ਼ੇਰੇ ਦੀ ਕੁੱਟ ਪੀੜ ਬਣ ਕੇ ਚੀਸਦੀ ਰਹੀ ਸੀ। ਤਦ ਤੋਂ ਹੁਣ ਤੱਕ ਉਹ ਇਸੇ ਪੀੜ ਵਿੱਚੋਂ ਹੀ ਚੰਦ ਕੌਰ ਨੂੰ ਘੂਰਦਾ ਰਿਹਾ ਸੀ। ਤਿਲ-ਤਿਲ ਕਰਕੇ ਦਿਨ ਟੁੱਟਿਆ ਸੀ ਅਤੇ ਹੁਣ ਰਾਤ ਗੁਜ਼ਰ ਰਹੀ ਸੀ, ਬਿਲਕੁਲ ਸੂਲੀ ਵਾਂਗ। ਪਲ-ਪਲ ਉਸ ਲਈ ਮਣਾ ਮੂੰਹੀ ਬੋਝਲ ਹੋ ਕੇ ਲੰਘਿਆ ਸੀ।
ਸਾਹ ਉਸ ਲਈ ਅਸਹਿ ਹੁੰਦਾ ਚਲਿਆ ਗਿਆ ਸੀ। ਉਸਦੀ ਬੇਵਾਹ ਹੋ ਗਈ ਤਾਂ ਨੰਨਾ ਨਾਥ ਧੂਣੇ ਤੋਂ ਉੱਠ ਖੜਿਆ। ਗੁੱਸੇ ਨਾਲ ਉਸਨੇ ਦੂਜੀ ਮੁੰਦਰਾ ਲਾ ਦੇਣ ਲਈ ਹੱਥ ਪਾਇਆ, ਪਰ ਪੀੜ ਹੋਈ ਤੇ ਉਸਨੇ ਮਨ ਭਰ ਲਿਆ। ਕ੍ਰੋਧ ਨਾਲ ਉਸਨੇ ਕੱਚੀ ਅੱਟੀ ਵਿੱਚ ਪਰੋਤੀ ਮਣਕਿਆਂ ਦੀ ਮੋਟੀ ਮਾਲਾ ਇੱਕੋ ਝਟਕੇ ਨਾਲ ਤੋੜ ਕੇ ਧੂਣੇ ਵਿੱਚ ਵਗਾਹ ਮਾਰੀ। ਉਹ ਹੰਬਲੇ ਨਾਲ ਉੱਠਿਆ ਅਤੇ ਖੁੱਲੀਆਂ ਜਟਾਵਾਂ ਨੂੰ ਜੂੜੇ ਵਿੱਚ ਬੰਨ੍ਹਦਿਆਂ ਜਿਵੇਂ ਇੱਕੋ ਪਲ ਵਿੱਚ ਹੀ ਭਾਰ ਮੁਕਤ ਹੋ ਗਿਆ। ਅੰਦਰ ਅਥਾਹ ਬਲ ਮਹਿਸੂਸ ਹੋਇਆ। ਉਹਦਾ ਕਿਲਕਾਰੀ ਮਾਰਨ ਨੂੰ ਜੀਅ ਕੀਤਾ। ਫਿਰ ਉਹ ਸਹਿਜੇ ਜਿਹੇ ਤੁਰਦਾ ਕੇਂਦੂ ਹੇਠ ਜਾ ਖਲੋਤਾ। ਠੰਡ ਨਾਲ ਕੁੰਗੜੀ ਚੰਦਕੁਰ ਨੂੰ ਇੱਕ ਟਕ ਨਿਹਾਰਿਆ। ਹਨੇਰਾ ਉਹਦੇ ਚਫੇਰੇ ਧੂਏ ਵਾਂਗ ਲਿਪਟਿਆ ਪਿਆ ਸੀ। ਉਹਦਾ ਨਿੱਠ ਕੇ ਬਹਿ ਜਾਣ ਨੂੰ ਜੀਅ ਕੀਤਾ, ਪਰ ਉਹਦੇ ਅੰਦਰੋਂ ਇੱਕ ਉਬਾਲ ਉੱਠਿਆ ਅਤੇ ਉਹਨੇ ਬਿਨਾਂ ਇੱਕ ਪਲ ਉਡੀਕੇ ਆਪਣੇ ਉੱਪਰਲੀ ਲੋਈ ਸੁੱਤੀ ਚੰਦਕੁਰ ਦੇ ਦੁਆਲੇ ਕੁੰਝ ਦਿੱਤੀ। ਇੱਕ ਉਸਨੇ ਮਹਿਸੂਸ ਕੀਤਾ ਉਹਦੀ ਖੱਲ ਵਿੱਚ ਭੋਰਾ ਡਰ ਨਹੀਂ ਸੀ। ਉਹਨੇ ਬੜਾ ਹੀ ਸੁਖਾਵਾਂ ਸਾਹ ਲਿਆ ਅਤੇ ਛੰਨ ਵੱਲ ਮੁੜਿਆ, ਪਰ ਪਹਿਲਾ ਪੈਰ ਪੱਟਦਿਆਂ ਹੀ ਜਾਪਿਆ ਜਿਵੇਂ ਧੂਣੀ ਦੀ ਸਾਰੀ ਅੱਗ ਸਾਰੇ ਡੇਰੇ ਵਿੱਚ ਹੀ ਖਿਲਰ ਗਈ ਹੋਵੇ। ਉਹ ਸੜਦੇ ਪੈਰਾਂ ਥੱਲੇ ਮਾਣ ਮਰਿਆਦਾ ਅਤੇ ਦਿਗੰਬਰ ਨਾਥ ਨੂੰ ਮਿੱਧਦਾ ਸ਼ਾਨ ਨਾਲ ਲੰਘ ਰਿਹਾ ਹੋਵੇ। ਅਗਲੇ ਪਲ ਉਹ ਵਿਸ਼ੇਰੇ ਦਾ ਪੈਖੜ ਖੋਲ ਰਿਹਾ ਸੀ। ਉਹ ਕਿਸੇ ਜੇਤੂ ਜਿਹੀ ਸ਼ਾਨ ਨਾਲ ਬਾਹਰ ਆਇਆ। ਜਿਉਂ ਹੀ ਉਹ ਕੇਂਦੂ ਵੱਲ ਪਰਤਿਆ, ਪੈਰੋਂ ਭੋਏ ਹੀ ਖਿਸਕ ਗਈ। ਚੰਦਕੁਰ ਕਿਤੇ ਨਹੀਂ ਸੀ। ਧੂਣਾ, ਤਕੀਆ, ਚੁਖੰਡੀ, ਭੋਜਨ ਭੰਡਾਰ ਅਤੇ ਚਿੜੀ ਉਹ ਹਨੇਰੇ ਵਾਂਗ ਘੁੰਮ ਗਿਆ। ਚੰਦਕੁਰ ਕਿਤੇ ਨਹੀਂ ਸੀ। ਉਹ ਦੌੜ ਕੇ ਬਾਹਰ ਸੜਕ ਉੱਤੇ ਆ ਗਿਆ। ਦੂਰ ਤੱਕ ਸੁੰਨ ਪਸਰੀ ਪਈ ਸੀ। ਅਚਾਨਕ ਰੁੱਖਾਂ ਦੀ ਝਿੜੀ ਵਿੱਚ ਖੜਕਾ ਹੋਇਆ। ਉਸਨੇ ਨੀਝ ਨਾਲ ਦੇਖਿਆ। ਹਨੇਰੇ ਦੀਆਂ ਗਹਿਰੀਆਂ ਪਰਤਾਂ ਵਿੱਚ ਚਾਨਣ ਦੀਆਂ ਤਾਰਾਂ ਘੁਲ ਰਹੀਆਂ ਸਨ ਤੇ ਰੁੱਖਾਂ ਦੀ ਸੰਘਣੀ ਝਿੜੀ ਵਿੱਚ ਵਿਸ਼ੇਰਾ ਬੇਖੌਫ ਚੱਲ ਰਿਹਾ ਸੀ। ਸੋ ਇਸ ਤਰ੍ਹਾਂ ਨੰਨਾ ਨਾਥ ਉਸ ਵਿਸ਼ੇਰੇ ਨੂੰ ਮੁਕਤ ਕਰ ਦਿੰਦਾ ਹੈ ਤੇ ਆਪਣੇ ਆਪ ਨੂੰ ਵੀ ਉਹ ਨੰਨਾ ਨਾਥ ਤੋਂ ਮੁਕਤ ਕਰਕੇ ਨੈਣੂ ਬਣ ਜਾਂਦਾ ਹੈ ਤੇ ਆਪਣੇ ਘਰ ਵੱਲ ਪਰਤ ਜਾਂਦਾ ਹੈ ਤੇ ਆਪਣੇ ਆਪ ਨੂੰ, ਜੋ ਉਹਦਾ ਆਪਣਾ ਆਪ ਗੁੰਮ ਹੋ ਚੁੱਕਿਆ ਸੀਗਾ, ਉਹਨੂੰ ਉਹ ਵਾਪਸ ਪ੍ਰਾਪਤ ਕਰ ਲੈਂਦਾ ਹੈ। ਤੇ ਅਜਿਹੀਆਂ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਉਸਨੂੰ ਲਾਈਕ ਕਰੋ। ਧੰਨਵਾਦ।